हरियाणा ਦੇ ਵਿੱਚ ਮ੍ਰਿਤਕਾਂ ਨੂੰ ਬੁਢਾਪਾ ਪੈਨਸ਼ਨ ਦੇਣ ਦਾ ਮਾਮਲਾ ਸਾਹਮਣੇ ਆਇਆ। ਹਾਈ ਕੋਰਟ ਨੇ ਜਾਂਚ ਦੇ ਲਈ ਸੀਬੀਆਈ ਨੂੰ ਕੇਸ ਸੌਂਪ ਦਿੱਤਾ ਹੈ। 2011 ਦੇ ਵਿੱਚ ਕੈਗ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਸੀ 13000 ਤੋਂ ਵੱਧ ਫਰਜ਼ੀ ਪੈਨਸ਼ਨ ਵੰਡੀ ਗਈ ਸੀ। 2017 ਦੇ ਵਿੱਚ ਕੁਰੂਕਸ਼ੇਤਰ ਦਾ ਜ਼ਿਕਰ ਹੈ ਤਾਂ ਇਹ ਪਟੀਸ਼ਨ ਜਿਹੜੀ ਹੈ ਉਹ ਦਾਖਲ ਕੀਤੀ ਗਈ ਸੀ। ਸੋ ਜਿਸ ਮਾਮਲੇ ਦੇ ਵਿੱਚ ਹੁਣ ਤਾਂ ਹਾਈ ਕੋਰਟ ਦੇ ਵੱਲੋਂ ਆदेश ਦਿੱਤੇ ਗਏ ਨੇ। ਸੋ ਮਾਮਲਾ ਪੁਰਾਣਾ ਹੈ, ਮਾਮਲਾ ਕਾਫੀ ਸਾਲ ਪੁਰਾਣਾ ਹੈ। 2011 ਦੇ ਵਿੱਚ ਕੈਗ ਦੀ ਰਿਪੋਰਟ ਦੇ ਵਿੱਚ ਇਹ ਖੁਲਾਸਾ ਹੋਇਆ ਸੀ 13000 ਤੋਂ ਵੱਧ ਜਿਹੜੇ ਫਰਜ਼ੀ ਪੈਨਸ਼ਨ ਨੇ ਉਹਨਾਂ ਨੂੰ ਪੈਨਸ਼ਨਾਂ ਵੰਡੀਆਂ ਗਈਆਂ। ਤਾਂ ਪੈਨਸ਼ਨ ਫਰਜ਼ੀਵਾੜੇ ਨੂੰ ਲੈ ਕੇ ਇਹ ਸਾਰਾ ਮਾਮਲਾ ਹੈ। ਯਾਨੀ ਕਿ ਬਹੁਤ ਵਾਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਪਰਿਵਾਰਕ ਮੈਂਬਰ ਜੋ ਬਜ਼ੁਰਗਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੇ ਜਿਹੜੇ ਕਾਗਜ਼ਾਤ ਨੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਔਰ ਕਿਸੇ ਤਰੀਕੇ ਦੇ ਨਾਲ ਵੱਖ-ਵੱਖ ਸਕੀਮਾਂ ਲਗਾ ਕੇ ਧੋਖਾਧੜੀ ਕਰਨ ਦੀ ਕੋਸ਼ਿਸ਼ ਹੁੰਦੀ ਹੈ ਔਰ ਹਜ਼ਾਰਾਂ ਰੁਪਏ ਜਿਹੜੇ ਪੈਨਸ਼ਨ ਦੇ ਅਕਾਊਂਟ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਕਢਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਉਸੇ ਦੇ ਨਾਲ ਜੁੜਿਆ ਸਾਰਾ ਮਾਮਲਾ ਹੈ। ਮ੍ਰਿਤਕਾਂ ਨੂੰ ਬੁਢਾਪਾ ਪੈਨਸ਼ਨ ਦੇਣ ਦਾ ਸਾਰਾ ਮਾਮਲਾ ਹਾਈ ਕੋਰਟ ਨੇ ਜਾਂਚ ਦੇ ਲਈ ਹੁਣ ਕੇਸ ਜਿਹੜਾ ਹੈ ਸੀਬੀਆਈ ਨੂੰ ਸੌਂਪ ਦਿੱਤਾ। ਯਾਨੀ ਕਿ ਸੀਬੀਆਈ ਦੇ ਵੱਲੋਂ ਇਹ ਜਾਂਚ ਕੀਤੀ ਜਾਏਗੀ ਸਾਰੇ ਮਾਮਲੇ ਦੀ, ਕਿਉਂਕਿ ਮਸਲਾ ਛੋਟਾ ਨਹੀਂ ਹੈ। 13000 ਤੋਂ ਵੱਧ ਫਰਜ਼ੀ ਪੈਨਸ਼ਨ ਜਿਹੜੀ ਹੈ ਉਹ ਵੰਡੀ ਗਈ ਹੈ, ਯਾਨੀ ਕਿ ਵੱਡਾ ਅਮਾਉਂਟ ਹੈ। ਤਾਂ ਜਿਸ ਦੇ ਚੱਲਦੇ ਸਾਰਾ ਮਾਮਲਾ ਹੁਣ ਸੀਬੀਆਈ ਦੇ ਕੋਲ ਆਇਆ। ਤਾਂ ਫਰਜ਼ੀ ਪੈਨਸ਼ਨ ਜਿਹੜੀ ਹੈ ਉਹ ਸਿਰਫ ਇੱਕ ਹਰਿਆਣਾ ਦਾ ਸੀ। ਹਾਲਾਂਕਿ ਇਹ ਮਾਮਲੇ ਦਾ ਜ਼ਿਕਰ ਕਰ ਰਹੇ ਹਾਂ 13000 ਇੱਕ ਵੱਡਾ ਅੰਕੜਾ ਹੈ, ਪਰ ਇਹ ਸਾਰੇ ਹੀ ਵੱਖ-ਵੱਖ ਸੂਬਿਆਂ 'ਚ ਮਸਲਾ ਹੈ। ਪੰਜਾਬ ਦਾ ਜ਼ਿਕਰ ਕਰੀਏ ਤਾਂ ਇੱਥੋਂ ਵੀ ਬਹੁਤ ਸਾਰੀਆਂ ਜਿਹੀਆਂ ਖਬਰਾਂ ਕਈ ਦਿਨਾਂ ਬਾਅਦ ਸਾਹਮਣੇ ਆ ਜਾਂਦੀਆਂ ਨੇ। ਜਿਸ ਤਰੀਕੇ ਦੇ ਨਾਲ ਫਰਜ਼ੀਵਾੜਾ ਕੀਤਾ ਜਾਂਦਾ ਹੈ, ਪਰਿਵਾਰਕ ਮੈਂਬਰ ਮ੍ਰਿਤਕ ਬਜ਼ੁਰਗ ਦੇ ਨਾਂ ਤੇ ਜੋ ਪੈਨਸ਼ਨ ਹੈ ਉਹ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਨੇ ਔਰ ਕਈਆਂ ਦੇ ਵੱਲੋਂ ਕੀਤੀ ਵੀ ਗਈ ਹੈ। ਹਾਲਾਂਕਿ ਇਹ ਵੀ ਪਿਛਲੇ ਸਮੇਂ 'ਚ ਸਰਕਾਰਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਰਿਕਵਰੀ ਉਹਨਾਂ ਤੋਂ ਕੀਤੀ ਜਾਏਗੀ, ਤਾਂ ਉਹ ਸਾਰਾ ਮਸਲਾ ਹੁੰਦਾ ਹੈ। ਤਾਂ ਇਸ ਨੂੰ ਲੈ ਕੇ ਹੁਣ ਸੀਬੀਆਈ ਕੋਲ ਜਾਂਚ ਗਈ ਹੈ। एफिडेविट आया इस एंटी करप्शन ब्यूरो का भी आया और प्रिंसिपल सेक्रेटरी सोशल जस्टिस वेलफेयर डिपार्टमेंट का भी एफिडेविट आया, जिसमें बड़ा ही शॉकिंग डिटेल्स निकल के आए हैं कि कई करोड़ों रुपए जो है अभी भी 7 करोड़ से ऊपर का पैसा जो है वो रिकवरी पेंडिंग है। 4 करोड़ रुपए ही अभी जो है रिकवर हुआ है इन एलिजिबल बेनिफिशरी से, जो कि उनके अनुसार हमारे अनुसार इससे भी कई गुना ज्यादा जाता है। और इसमें आया कि कम से कम जो है 10-15 आईएएस जो पोस्टेड रहे इस दौरान जो है, जिनकी जिम्मेवारी बनती थी कि इनका डिपार्टमेंट की कार्रवाई करना या प्रिवेंशन ऑफ करप्शन एक्ट में एफआईआर दर्ज करवाना, एक भी एफआईआर प्रिवेंशन ऑफ करप्शन एक्ट में दर्ज नहीं हुई। सारी 420, 460 से 468 में करके इन्होंने जो है मामले को रफा दफा करने की कोशिश की। आज जो है हाईकोर्ट ने मामले को जो है सीबीआई को हैंड ओवर कर दिया है इन्वेस्टिगेशन के लिए, प्रिलिमिनरी इंक्वायरी के लिए रेफर किया है कि और वो रिपोर्ट जो है सीबीआई हाई कोर्ट में सबमिट करेगी नेक्स्ट डेट। इसमें पिटिशनर कौन-कौन थे जब कैग की रिपोर्ट आई, या कौन-कौन थे पिटिशनर? पिटिशनर इसमें जो है राकेश बेंस हैं कुरुक्षेत्र से, शाहबाद से, तो जो किसान नेता भी हैं उन्होंने ये कंप्लेंट की। पूरे हरियाणा में मामला था? ये पूरे हरियाणा में मामला था। जो उमेश शर्मा मेरे सहयोगी फोन लाइन ते ने। उमेश की कुछ तुहाडे कोल इस सारे मामले नूं लैके जानकारी, क्योंकि सीबीआई नूं हुणे जांच सौंपण दे हुकम ने। ਤਾਂ ਉਮੇਸ਼ ਦਾ ਰੁਕ ਕਰਾਂਗੇ ਜ਼ਿਆਦਾ ਜਾਣਕਾਰੀ ਦੇ ਲਈ, ਪਰ ਹੈਰਾਨੀਜਨਕ ਖੁਲਾਸਾ ਹੋਇਆ ਹੈ। ਜਿਸ ਤਰੀਕੇ ਦੇ ਨਾਲ ਲਾਇਰ ਵੀ ਜਿਹੜੇ ਨੇ ਉਹ ਜ਼ਿਕਰ ਕਰ ਰਹੇ ਨੇ, ਉਹ ਬਿਆਨ ਦੇ ਰਹੇ, ਉਹਨਾਂ ਦਾ ਕਹਿਣਾ ਹੈ ਕਿ ਕਰੋੜਾਂ ਦਾ ਮਸਲਾ ਹੈ, 7 ਕਰੋੜ ਦਾ ਕਰੀਬ ਦਾ ਅਮਾਉਂਟ ਦੱਸਿਆ ਜਾ ਰਿਹਾ ਉਮੇਸ਼ ਨੇ। ਤਾਂ ਇਹ ਮਸਲਾ ਵੱਡਾ ਹੈ ਔਰ ਉਹਨਾਂ ਦੇ ਵੱਲੋਂ ਵੀ ਗੱਲਬਾਤ ਜਿਹੜੀ ਹੈ ਉਹ ਕੀਤੀ ਗਈ ਹੈ। ਤਾਂ ਫਿਲਹਾਲ ਇਹ ਪੈਨਸ਼ਨ ਫਰਜ਼ੀਵਾੜੇ ਦਾ ਮਾਮਲਾ ਹੈ। ਪੈਨਸ਼ਨ ਫਰਜ਼ੀਵਾੜੇ ਦੀ ਜਾਂਚ ਜਿਹੜੀ ਹੈ ਉਹ ਹੁਣ ਸੀਬੀਆਈ ਦੇ ਵੱਲੋਂ ਕੀਤੀ ਜਾਏਗੀ। ਅੱਗੇ ਵਧਾਂਗੇ, ਵੱਡੀ ਖਬਰ ਦੇ ਵੱਲ ਰੁਕ ਕਰਦੇ ਹਾਂ। ਸੁਪਰੀਮ ਕੋਰਟ ਪਹੁੰਚਿਆ ਹੈ ਨਵੇਂ ਸੰਸਦ ਭਵਨ ਦਾ ਮਾਮਲਾ। ਰਾਸ਼ਟਰਪਤੀ ਤੋਂ ਉਦਘਾਟਨ ਕਰਾਉਣ ਦੀ ਮੰਗ ਕੀਤੀ ਗਈ ਹੈ। ਉਦਘਾਟਨ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਦੱਸਦੀ ਕਿ ਪੀਆਈਐਲ ਦਾਖਲ ਕੀਤੀ ਗਈ ਹੈ। ਸੁਪਰੀਮ ਕੋਰਟ ਤੋਂ ਕੇਂਦਰ ਨੂੰ ਨਿਰਦੇਸ਼ ਕਰਨ ਦੀ ਮੰਗ ਕੀਤੀ ਗਈ ਹੈ। 28 ਮਈ ਨੂੰ ਪ੍ਰਧਾਨ ਮੰਤਰੀ ਨਵੀਂ ਸੰਸਦ ਦਾ ਉਦਘਾਟਨ ਕਰਨ ਜਾ ਰਹੇ ਨੇ, ਤਾਂ ਜਿਸ ਨੂੰ ਲੈ ਕੇ ਪਹਿਲਾਂ ਵੱਖੋ-ਵੱਖ ਜ਼ਿਆਦਾਤਰ ਪਾਰਟੀਆਂ 19 ਪਾਰਟੀਆਂ ਨੇ ਦੇਸ਼ ਦੀਆਂ ਜਿਨ੍ਹਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਉਦਘਾਟਨ ਨਾ ਕਰਨ, ਬਲਕਿ ਰਾਸ਼ਟਰਪਤੀ ਜੋ ਕਿ ਸੰਵਿਧਾਨਕ ਸਰਵੋੱਚ ਅਹੁਦੇ ਤੇ ਨੇ ਤਾਂ ਉਹਨਾਂ ਤੋਂ ਹੀ ਉਦਘਾਟਨ ਕਰਾਇਆ ਜਾਵੇ। ਦ੍ਰੋਪਦੀ ਮੁਰਮੂ ਹੀ ਉਦਘਾਟਨ ਕਰਨ ਨਵੇਂ ਸੰਸਦ ਦਾ। ਤਾਂ ਹੁਣ ਇਹ ਮਾਮਲਾ सर्वोच्च अदालत पहुंचा है, सुप्रीम कोर्ट पहुंचा है और पीआईएल दाखिल की गई है।
सुशील पांडे मेरे सहयोगी फोन लाइन ते ने। सुशील, क्या कुछ पूरी जानकारी है? जी देखिए, सुप्रीम कोर्ट की जो एडवोकेट हैं CR सुची, उनकी तरफ से सुप्रीम कोर्ट में एक जनहित याचिका दाखिल करके ये कहा गया है कि जो फिलहाल नए पार्लियामेंट का जो उद्घाटन होना है, जिसमें फिलहाल राष्ट्रपति को इनवाइट नहीं किया गया है, वो संविधान के मूल अधिकारों के खिलाफ है। क्योंकि राष्ट्रपति पार्लियामेंट का सर्वोपरि व्यक्ति होता है, लिहाजा इस पूरे मामले में जिस तरह उनको इनवाइट नहीं किया गया है, ये संविधान के मूल अधिकारों के खिलाफ है। और इसी आधार पर सुप्रीम कोर्ट में याचिका दाखिल करके ये कहा गया है कि सुप्रीम कोर्ट लोकसभा स्पीकर को ये आदेश दे कि इस पूरे मामले में राष्ट्रपति, जो फिलहाल देश का प्रथम व्यक्ति होता है, उसको पार्लियामेंट के उद्घाटन के लिए इनवाइट किया जाना चाहिए। बहरहाल मामला अब सुप्रीम कोर्ट पहुंच गया है। इसको लेकर लगातार विपक्ष सवाल खड़ा कर रहा था कि जो इन्विटेशन भेजा गया है वो फिलहाल राष्ट्रपति को ना भेजकर प्रधानमंत्री को भेजा गया है, और ऐसे में संविधान के मूल अधिकारों के खिलाफ इस पूरे मामले को देखा जाना चाहिए। बहरहाल अब देखना बेहद अहम होगा कि जब सुप्रीम कोर्ट इस पूरे मामले पर सुनवाई करेगा तो क्या कुछ चीजें सामने निकल के आ रही हैं। लेकिन बड़ा सवाल इस मामले में ये है कि जिस तरह के आरोप लगाए गए हैं, उन आरोपों में तथ्यात्मक चीजें क्या हैं और सुप्रीम कोर्ट इस पूरे मामले में क्या कुछ आदेश जारी कर सकता है। ठीक है, बहुत बहुत शुक्रिया सुशील तमाम जानकारी के लिए। सुप्रीम कोर्ट पहुंचा है नवी संसद का मामला और हुण वेखना होएगा। स्पीकर थी तो उनके सेक्रेटरी ने अर्बन डेवलपमेंट मंत्रालय के सेक्रेटरी को चिट्ठी लिखी थी कि भाई ये पुरानी जो पार्लियामेंट बिल्डिंग है, दिस इज आउटलिव्ड इट्स यूटिलिटी, यू मस्ट गेट अ न्यू बिल्डिंग। जयराम रमेश इज ऑन रिकॉर्ड, ये जो अंग्रेजी के मास्टर है, क्या नाम है इसका, शशि थरूर, ये कहीं मलेशिया गया था और ही सॉ द बिल्डिंग और कहा कि आई विश वी कुड हैव अ पार्लियामेंट लाइक दैट। तो जो हमको मिलते हैं कुछ कहते हैं और पब्लिक कंजम्पशन के लिए कुछ और कहते हैं। आई थिंक दे आर slowly but surely ensuring that they will fade into oblivion. परिवारवादी, परिक्रमावादी, भ्रष्टाचारी और जिन्होंने देश को एक जेल बनाया, देश के इंस्टीट्यूशंस का हर बार अपमान किया, अब फिर लोकतंत्र के मंदिर का अपमान कर रहे, देश के लोकतंत्री मूल्यों और संवैधानिक मूल्यों पर लगातार हमला कर रहे। उनके तर्क बौद्धिक दिवालियापन दिख रहा है। संसदीय व्यवस्था, संसदीय मर्यादा और लोकतंत्र की शुचिता पर ये लगातार हमले हो रहे हैं, दुर्भाग्यपूर्ण।